ਬਾਈਬਲ 'ਚ ਲਿਖਿਆ ਇਹ ਵਚਨ ਜਿਹੜੇ ਤੁਸੀਂ ਸੁਣਨ ਜਾ ਰਹੇ ਹੋ, ਇਹ ਨਾ ਹੀ ਤੁਹਾਨੂੰ ਨੌਲੇਜ ਦੇਣ ਜਾ ਰਹੇ, ਬਲਕਿ ਮੈਂ ਆਪਣੀ ਆਤਮਾ ਦੁਆਰਾ ਇਹ ਗੱਲ ਜਾਣਦਾ ਔਰ ਬਾਈਬਲ ਦੁਆਰਾ ਇਹ ਗੱਲ ਜਾਣਦਾ, ਇਹ ਵਚਨ ਤੁਹਾਨੂੰ ਅਨੁਗ੍ਰਹਿ ਦੇਣ ਜਾ ਰਹੇ, ਤੁਹਾਨੂੰ ਇਨਰਲੀ ਸਟਰੈਂਥ ਦੇਣ ਜਾ ਰਹੇ, ਅੰਦਰਲੀ ਤਾਕਤ ਦੇਣ ਜਾ ਰਹੇ ਕਿ ਹੁਣ ਤੁਸੀਂ ਉਹ ਫਲ ਲੈ ਕੇ ਆ ਸਕੋਗੇ। ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਪਹਿਲਾਂ ਔਰ ਨਹੀਂ ਚੱਲਿਆ, ਮੇਰਾ ਵਿਸ਼ਵਾਸ ਹੈ ਕਿ ਜੋ ਤੁਸੀਂ ਇਹਨਾਂ ਵਚਨਾਂ ਨੂੰ ਸੁਣ ਕੇ ਗ੍ਰਹਿਣ ਕਰੋਗੇ, ਤੁਸੀਂ ਦੁਆਰਾ ਕਰੋਗੇ ਔਰ ਕੰਮ ਚੱਲੇਗਾ। ਦੁਆਰਾ ਕਰੋਗੇ, ਉਹ ਸਟੈਪ ਚੱਕੋਗੇ ਤੇ ਉਹ ਕੰਮ ਫਿਰ ਫਲਵੰਤ ਹੋਏਗਾ ਔਰ ਰਸਤਾ ਫਿਰ ਖੁੱਲੇਗਾ ਜਿਹੜਾ ਤੁਹਾਡੇ ਪਹਿਲੇ ਸਟੈਪ ਨਾਲ ਨਹੀਂ ਖੁੱਲਿਆ। ਅੱਜ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਜਾ ਰਹੇ ਹੋ, ਇੱਕ ਬੱਚਿਆਂ ਦੇ ਨਹੀਂ ਪਰਮੇਸ਼ਵਰ ਦੇ ਸਾਹਮਣੇ ਟੀਵੀ ਦੇ ਸਾਹਮਣੇ ਬੈਠੋਗੇ। ਪਰਮੇਸ਼ਵਰ ਦਾ ਆਤਮਾ ਅੱਜ ਸਾਡੇ ਨਾਲ ਜੋ ਵੀ ਗੱਲ ਕਰੇਗਾ ਅਸੀਂ ਉਹਨਾਂ ਗੱਲਾਂ ਦੇ ਉੱਤੇ ਚੱਲਣ ਦੇ ਲਈ ਤਿਆਰ ਔਰ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣ ਦੇ ਲਈ ਤਿਆਰ ਹਾਂ। ਆਮੀਨ। ਅੱਜ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਪੜਾਂਗੇ। ਅਸੀਂ ਪੜਾਂਗੇ ਐਸਤਰ ਦੀ ਪੁਸਤਕ, ਉਹਦਾ 4 ਬਾਬ, ਉਹਦੀ 15 ਆਇਤ ਨੂੰ ਅਸੀਂ ਪੜਾਂਗੇ। ਤਾਂ ਐਸਤਰ ਨੇ ਮੁਰਦਕੇ ਦੇ ਕੋਲ ਜਾ ਇਹ ਕਹਿਲਾ ਭੇਜਿਆ ਕਿ ਤੂੰ ਜਾ ਕੇ ਸ਼ੂਸ਼ਨ ਦੇ ਸਭ ਯਹੂਦੀਆਂ ਨੂੰ ਇਕੱਠਾ ਕਰ ਤੇ ਤੁਸੀਂ ਸਾਰੇ ਮੇਰੇ ਲਈ ਉਪਵਾਸ ਕਰੋ। 3 ਦਿਨ ਰਾਤ ਨਾ ਤੇ ਖਾਓ ਤੇ ਨਾ ਕੁਛ ਪੀਓ। ਮੈਂ ਵੀ ਆਪਣੀ ਸਹੇਲੀਆਂ ਦੇ ਨਾਲ ਉਸੇ ਰੀਤੀ ਉਪਵਾਸ ਕਰਾਂਗੀ ਔਰ ਇਸੇ ਦਸ਼ਾ ਦੇ ਵਿੱਚ ਮੈਂ ਨਿਯਮ ਦੇ ਖਿਲਾਫ ਰਾਜਾ ਦੇ ਕੋਲ ਅੰਦਰ ਜਾਵਾਂਗੀ। ਜੇ ਨਾਸ਼ ਹੋ ਗਈ ਤਾਂ ਹੋ ਗਈ। ਤਦ ਮੁਰਦਕੇ ਚਲਾ ਗਿਆ ਤੇ ਐਸਤਰ ਦੀ ਆਗਿਆ ਦੇ ਅਨੁਸਾਰ ਉਸਨੇ ਕੀਤਾ। ਬਾਈਬਲ 'ਚ ਲਿਖਿਆ ਹੈ ਐਸਤਰ ਉਹ ਰਾਣੀ ਸੀਗੀ ਜਿਹਨੂੰ ਪਰਮੇਸ਼ਵਰ ਨੇ ਚੁਣ ਲਿਆ ਸੀਗਾ ਕਿ ਉਹ ਰਾਣੀ ਬਣੇ। ਇੱਕ ਆਮ ਲੜਕੀ ਜਿਹਦੇ ਮਾਤਾ ਪਿਤਾ ਨਹੀਂ ਸੀ, ਆਪਣੇ ਕਜ਼ਨ ਦੇ ਕੋਲ ਜਿਹੜੀ ਰਹਿੰਦੀ ਸੀ, ਉਹਨੂੰ ਆਪਣਾ ਮਾਤਾ ਪਿਤਾ ਮੰਨਦੀ ਸੀ ਔਰ ਬਾਈਬਲ ਲਿਖਿਆ ਉਹਦੇ ਗੱਲਾਂ ਨੂੰ ਧਿਆਨ ਦੇ ਨਾਲ ਸੁਣਦੀ ਸੀ ਔਰ ਪਰਮੇਸ਼ਵਰ ਦੇ ਹੁਕਮਾਂ ਦੇ ਵਿੱਚ ਉਹ ਚੱਲਦੀ ਸੀਗੀ। ਇੱਥੇ ਬਾਈਬਲ ਦੇ ਵਿੱਚ ਲਿਖਿਆ ਐਸਤਰ ਰਾਣੀ ਬਣਾਈ ਗਈ ਇਸ ਕਰਕੇ ਕਿ ਪਰਮੇਸ਼ਵਰ ਦੀ ਜ਼ਿੰਦਗੀ ਦੇ ਵਿੱਚ ਇੱਕ ਪਲੈਨਿੰਗ ਸੀ, ਪਰਮੇਸ਼ਵਰ ਦੀ ਇਹਦੀ ਜ਼ਿੰਦਗੀ ਦੇ ਵਿੱਚ ਇੱਕ ਯੋਜਨਾ ਸੀਗੀ ਆਪਣੇ ਲੋਕਾਂ ਨੂੰ, ਯਹੂਦੀਆਂ ਨੂੰ ਬਚਾਉਣ ਦੇ ਲਈ। ਕਿਉਂਕਿ ਬਾਈਬਲ 'ਚ ਲਿਖਿਆ ਹਮਾਨ ਨਾਮਕ ਇੱਕ ਬੰਦੇ ਨੇ ਸੋਚਿਆ ਕਿ ਮੈਂ ਸਾਰੀ ਯਹੂਦੀ ਕੌਮ ਨੂੰ ਖਤਮ ਕਰ ਦਾਂਗਾ ਔਰ ਉਹ ਰਾਜੇ ਦੇ ਸਾਹਮਣੇ ਆਪਣੇ ਸਿਸਟਮ ਨੂੰ, ਆਪਣੇ ਸੋਚ ਨੂੰ ਲੈ ਕੇ ਆ ਕਿ ਰਾਜਾ ਇਹ ਜਾਤੀ ਜਿਹੜੀ ਹੈ ਬੜੀ ਖਤਰਨਾਕ ਜਾਤੀ ਹੈ, ਇਹ ਹਮੇਸ਼ਾ ਵਿਦਰੋਹ ਕਰਨ ਵਾਲੀ ਜਾਤੀ ਹੈ। ਉਹਨੇ ਝੂਠ ਰਾਜੇ ਦੇ ਮਨ ਦੇ ਵਿੱਚ ਪਾ ਕੇ ਉਹਨੂੰ ਮਨਾ ਲਿਆ ਕਿ ਇਹ ਜਾਤੀ ਖਤਮ ਕੀਤੀ ਜਾਵੇ। ਪਰ ਬਾਈਬਲ 'ਚ ਲਿਖਿਆ ਉਹਨੂੰ ਇਹ ਨਹੀਂ ਸੀ ਪਤਾ ਕਿ ਐਸਤਰ ਦੀ ਜਿਹੜੀ ਜਾਤੀ ਹੈ ਉਹ ਕਿਹੜੀ ਹੈ। ਉਹਨੂੰ ਨਹੀਂ ਸੀ ਪਤਾ ਕਿ ਐਸਤਰ ਵੀ ਉਸੇ ਯਹੂਦੀ ਜਾਤੀ ਦੇ ਵਿੱਚੋਂ ਹੈ। ਔਰ ਜਦੋਂ ਐਸਤਰ ਨੂੰ ਇਹ ਗੱਲ ਪਤਾ ਲੱਗੀ ਕਿ ਅਸੀਂ ਸਭ ਨਾਸ਼ ਹੋਣ ਵਾਲੇ ਹਾਂ ਔਰ ਰਾਜੇ ਨੇ ਆਗਿਆ ਕੱਢ ਦਿੱਤੀ ਆਪਣੀ ਅੰਗੂਠੀ ਦੀ ਮੋਹਰ ਲਾ ਕੇ, ਜਦੋਂ ਬਾਈਬਲ 'ਚ ਲਿਖਿਆ ਅੰਗੂਠੀ ਦੀ ਮੋਹਰ ਲਾ ਦਿੰਦੇ ਸੀ ਰਾਜੇ ਤੇ, ਇਹਦਾ ਮਤਲਬ ਉਹ ਰਾਜਾ ਵੀ ਉਸ ਆਗਿਆ ਨੂੰ ਦੁਆਰਾ ਕਲੋਜ਼ ਜਾਂ ਬੰਦ ਨਹੀਂ ਸੀ ਜਾਂ ਟਾਲ ਨਹੀਂ ਸੀ ਸਕਦਾ। ਇਸੇ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਜਦੋਂ ਐਸਤਰ ਨੂੰ ਇਹ ਗੱਲ ਪਤਾ ਚੱਲੀ, ਉਹਨੇ ਮੁਰਦਕੇ ਨੂੰ ਬੁਲਾਇਆ ਤੇ ਉਹਨੇ ਕਿਹਾ ਕਿ ਜਾਓ ਤੇ ਰੋਜ਼ੇ ਰੱਖੋ, ਜਾਓ ਤੇ ਉਪਵਾਸ ਰੱਖੋ, ਵਰਤ ਰੱਖੋ, 3 ਦਿਨ ਰਾਤ ਨਾ ਖਾਓ ਤੇ ਨਾ ਪੀਓ। ਅੱਜ ਅਸੀਂ ਦੇਖਦੇ ਹਾਂ ਕਿ ਉਹਨੇ ਕਿਹਾ ਕਿ ਫਿਰ ਮੈਂ ਨਿਯਮ ਦੇ ਖਿਲਾਫ ਵੀ ਰਾਜਾ ਦੇ ਕੋਲ ਜਾਵਾਂਗੀ ਤੇ ਰਾਜਾ ਜੇ ਨਾਸ਼ ਹੋ ਗਈ ਤਾਂ ਹੋ ਗਈ, ਜੇ ਬਚ ਗਈ ਤੇ ਬਚ ਗਈ। ਔਰ ਬਾਈਬਲ 'ਚ ਲਿਖਿਆ ਰਾਜੇ ਦੇ ਕੋਲ ਜਦੋਂ ਜਾਂਦਾ ਸੀ ਕੋਈ ਵੀ ਤਾਂ ਬਿਨਾਂ ਆਗਿਆ ਤੋਂ ਨਹੀਂ ਸੀ ਜਾਂਦਾ, ਬਿਨਾਂ ਅਪਾਇੰਟਮੈਂਟ ਦੇ ਨਹੀਂ ਸੀ ਜਾਂਦਾ। ਪਰ ਬਾਈਬਲ 'ਚ ਲਿਖਿਆ ਇਹ ਬਿਨਾਂ ਆਗਿਆ ਦੇ ਅੰਦਰ ਗਈ ਔਰ ਰਾਜਾ ਦੇ ਲੋਕਾਂ ਨੂੰ ਇਹ ਹੁਕਮ ਸੀਗਾ ਕਿ ਜਦੋਂ ਕੋਈ ਬਿਨਾਂ ਆਗਿਆ ਅੰਦਰ ਆਵੇ ਉਹਨੂੰ ਮਾਰ ਦਿੱਤਾ ਜਾਵੇ। ਪਰ ਜਿਹਦੇ ਵੱਲ ਰਾਜਾ ਆਪਣੀ ਛੜੀ ਇੱਦਾਂ ਵਧਾਉਂਦਾ ਸੀਗਾ ਉਹ ਬੰਦਾ ਹਮੇਸ਼ਾ ਬਚ ਜਾਂਦਾ ਸੀਗਾ ਔਰ ਗਾਰਡ ਜਿਹੜੇ ਸੀਗੇ ਸੈਨਿਕ ਉਹਨੂੰ ਛੱਡ ਦਿੰਦੇ ਹੁੰਦੇ ਸੀ। ਜਦੋਂ ਰਾਣੀ ਐਸਤਰ ਅੰਦਰ ਗਈ ਰਾਜੇ ਦੇ ਕੋਲ ਤੇ ਰਾਜੇ ਨੇ ਆਪਣੀ ਨੋਕ ਵਧਾਤੀ ਕਿ ਰਾਣੀ ਨੂੰ ਕੁਛ ਨਾ ਕਿਹਾ ਜਾਵੇ। ਬਾਈਬਲ 'ਚ ਲਿਖਿਆ ਰਾਣੀ ਦਾ ਸੁਭਾਅ ਜਿਹੜਾ ਸੀਗਾ ਉਹ ਬਹੁਤ ਵਧੀਆ ਸੀਗਾ, ਉਹ ਲਾਲਚੀ ਨਹੀਂ ਸੀਗੀ, ਉਹ ਚੋਰ ਨਹੀਂ ਸੀਗੀ, ਉਹ ਵਿਭਿਚਾਰੀ ਨਹੀਂ ਸੀ, ਪਵਿੱਤਰਤਾਈ ਦੇ ਵਿੱਚ ਸੀ। ਰਾਜੇ ਨੂੰ ਬਹੁਤ ਪਸੰਦ ਸੀ ਤੇ ਰਾਜੇ ਨੇ ਉਹਨੂੰ ਅੰਦਰ ਆਉਣ ਦਿੱਤਾ। ਔਰ ਉਸ ਤੋਂ ਬਾਅਦ ਉਹਨੇ ਰਾਜੇ ਨੂੰ ਕਿਹਾ ਕਿ ਰਾਜਾ ਅੱਜ ਤੂੰ ਮੇਰੇ ਕੋਲ ਖਾਣੇ ਦੇ ਲਈ ਆਏਗਾ ਤੇ ਰਾਜੇ ਨੇ ਇਸ ਗੱਲ ਨੂੰ ਕਬੂਲ ਕੀਤਾ। ਔਰ ਜਦੋਂ ਸਾਰੀ ਸਟੋਰੀ ਤੁਸੀਂ ਖੁਦ ਪੜ੍ਹੋਗੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਸਮਝ ਆਏਗਾ। ਲੇਕਿਨ ਜਿਹੜੀ ਚੀਜ਼ ਤੇ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਉਹ ਚੀਜ਼ ਇਹ ਹੈ ਕਿ ਬਾਈਬਲ ਦੇ ਵਿੱਚ ਲਿਖਿਆ ਜਦੋਂ ਐਸਤਰ ਨੂੰ ਇਹ ਗੱਲ ਪਤਾ ਚੱਲੀ ਕਿ ਮੈਂ ਹੁਣ ਮਾਰੀ ਜਾਵਾਂਗੀ, ਮੇਰਾ ਸਾਰਾ ਜਿਹੜਾ ਯਹੂਦੀ ਕੌਮ ਜਿਹੜੀ ਮਾਰੀ ਜਾਊਗੀ, ਬਾਈਬਲ 'ਚ ਲਿਖਿਆ ਉਹਨੇ ਰੋਜ਼ੇ ਰੱਖੇ ਪਰਮੇਸ਼ਵਰ ਦੇ ਸਾਹਮਣੇ ਔਰ ਆਪਣੇ ਲੋਕਾਂ ਨੂੰ ਵੀ ਕਿਹਾ ਕਿ ਜਾਓ ਤੇ ਸਾਰੇ ਯਹੂਦੀਆਂ ਨੂੰ ਕਹੋ ਕਿ ਰੋਜ਼ੇ ਰੱਖਣ, ਉਪਵਾਸ ਕਰਨ ਔਰ ਮੇਰੇ ਲਈ ਪ੍ਰਾਰਥਨਾ ਕਰਨ ਤੇ ਮੈਂ ਜਾ ਕੇ ਆਪਣੀ ਸਹੇਲੀਆਂ ਦੇ ਨਾਲ ਪ੍ਰਾਰਥਨਾ ਕਰਾਂਗੀ ਪਰਮੇਸ਼ਵਰ ਦੇ ਅੱਗੇ ਕਿ ਪਰਮੇਸ਼ਵਰ ਮੈਨੂੰ ਅਨੁਗ੍ਰਹਿ ਦੇਵੇ ਇਸ ਪ੍ਰੋਬਲਮ ਤੋਂ ਬਾਹਰ ਆਉਣ ਦਾ। ਅੱਜ ਲੋਕ ਕਹਿੰਦੇ ਕਿ ਅਸੀਂ 20 ਸਾਲ ਤੋਂ ਅਸੀਂ ਚਰਚ ਜਾ ਰਹੇ ਹਾਂ ਲੇਕਿਨ ਅਸੀਂ ਕਰਜ਼ਿਆਂ ਤੋਂ ਆਜ਼ਾਦ ਕਿਉਂ ਨਹੀਂ ਹਾਂ, ਅਸੀਂ ਬਿਮਾਰੀ ਤੋਂ ਆਜ਼ਾਦ ਕਿਉਂ ਨਹੀਂ ਹਾਂ, ਅਸੀਂ ਬਲੈਸ ਕਿਉਂ ਨਹੀਂ ਹਾਂ। ਕਿੰਨੇ ਰੋਜ਼ੇ ਰੱਖਦੇ ਹੋ ਇੱਕ ਹਫ਼ਤੇ ਦੇ ਵਿੱਚ ਤੁਸੀਂ? ਕਿੰਨੇ ਉਪਵਾਸ ਕਰਦੇ ਹੋ ਦੱਸੋ ਇੱਕ ਹਫ਼ਤੇ ਦੇ ਵਿੱਚ ਤੁਸੀਂ? ਕਿੰਨੇ ਘੰਟੇ ਦੀ ਪ੍ਰਾਰਥਨਾ ਕਰਦੇ ਹੋ ਰੋਜ਼? ਦੈਨੀਅਲ 3 ਵਾਰੀ ਪਰਮੇਸ਼ਵਰ ਦੇ ਸਾਹਮਣੇ ਜਾਂਦਾ ਸੀ, ਧੰਨਵਾਦ ਤੇ ਪ੍ਰਾਰਥਨਾ ਕਰਦਾ ਸੀ। ਅਗਰ ਇੱਕ ਘੰਟਾ ਵੀ ਅਸੀਂ ਲਾਈਏ ਤੇ 3 ਘੰਟੇ ਮਿਨੀਮਮ, ਘੱਟ ਤੋਂ ਘੱਟ 3 ਘੰਟੇ ਉਹ ਪ੍ਰਾਰਥਨਾ ਕਰਦਾ ਸੀਗਾ। ਬਾਈਬਲ 'ਚ ਲਿਖਿਆ ਯੀਸ਼ੂ ਮਸੀਹ ਦੇ ਨਾਲ ਜਦੋਂ ਪਤਰਸ ਪ੍ਰਾਰਥਨਾ ਕਰ ਰਿਹਾ ਸੀ ਪਰਮੇਸ਼ਵਰ ਨੇ ਕਿਹਾ ਪਤਰਸ ਕਿ ਤੂੰ 1 ਘੰਟਾ ਵੀ ਮੇਰੇ ਨਾਲ ਜਾਗ ਨਹੀਂ ਸਕਿਆ, ਕਿ ਕਮ ਸੇ ਕਮ ਤੂੰ 1 ਘੰਟਾ ਵੀ ਮੇਰੇ ਨਾਲ ਇੱਕ ਟਾਈਮ ਦੀ ਪ੍ਰੇਅਰ ਨਹੀਂ ਕਰ ਸਕਿਆ? ਦੈਨੀਅਲ 3 ਟਾਈਮ ਪਰਮੇਸ਼ਵਰ ਦੇ ਸਾਹਮਣੇ ਜਾਂਦਾ, 3 ਵਾਰੀ
और लिखा यरूशलेम वाल खिड़कियां खोल के प्रेयर करता हुंदा सी। 3 वारी वो 3 दिन 3 घंटे कम से कम 3 घंटे वो प्रार्थना करता सीगा। एस्तर बाइबल 'ਚ लिखा ਜਦੋਂ ਉਹਨੂੰ मुसीबत आई एस्तर ने रोजे रखे। ਅੱਜ किन्ने रोजे रखते हो तुसीं, किन्नी प्रेयर है ਤੁਹਾਡੀ दसो। ਤੁਸੀਂ ਚਾਹੁੰਦੇ ਹੋ ਤੁਹਾਨੂੰ ਅੰਨੇਪਨ ਤੋਂ परमेश्वर आज़ाद कर दे, ਤੁਹਾਨੂੰ ਅੱਖਾਂ ਦੇ ਦੇਵੇ, ਤੁਹਾਡੀ ਕਿਡਨੀਆਂ ਠੀਕ ਹੋ ਜਾਣ, ਤੁਹਾਡਾ ਕੈਂਸਰ ਠੀਕ ਹੋ ਜਾਏ। ਕਿੰਨੀ ਮਿਹਨਤ ਕਰਦੇ ਹੋ ਤੁਸੀਂ ਬੋਲਦੇ ਹੋ ਕਿ ਮੈਂ ਰੋजे नहीं रख सकता, ਮੈਨੂੰ ਸ਼ੂਗਰ ਹੈ। ਇਹ ਸ਼ੂਗਰ ਕਦੀ ਨਹੀਂ ਜਾਣੀ ਜਦ ਤੱਕ ਤੁਸੀਂ ਰੋजे नहीं रखोगे। मैं ये नहीं कहता कि डॉक्टर के खिलाफ चलो, तुसी बुद्धिमन ਨਾਲ ਚੱਲ ਸਕਦੇ ਹੋ। ਅਸੀਂ ਇੱਕ ਟਾਈਮ ਦਾ ਰੋਜ਼ਾ ਰੱਖ ਸਕਦੇ ਹਾਂ, ਅਸੀਂ ਮਿਹਨਤ ਕਰ ਸਕਦੇ, ਕੁਝ ਤਾਂ ਪਰਮੇਸ਼ਵਰ ਨੂੰ ਅਸੀਂ ਦਈਏ। ਜੇ 100 ਨਹੀਂ ਦੇ ਸਕਦੇ ਤਾਂ 70 ਤੇ ਦਈਏ, ਤੇ 80 ਤੇ ਦਈਏ, ਤੇ 90 ਤਾਂ ਦਈਏ। ਅਸੀਂ ਅਗਰ ਰੋਜ਼ਾ ਰੱਖ ਕੇ ਪੂਰਾ ਦਿਨ ਪ੍ਰਾਰਥਨਾ ਨਹੀਂ ਕਰ ਸਕਦੇ 8 ਘੰਟੇ, ਤਾਂ ਅਸੀਂ 2 ਘੰਟੇ ਤਾਂ ਪਰਮੇਸ਼ਵਰ ਨੂੰ ਦਈਏ, 3 ਘੰਟੇ ਤਾਂ ਪਰਮੇਸ਼ਵਰ ਨੂੰ ਦਈਏ। ਫਿਰ ਉਹ ਟਾਈਮ ਵੀ ਆਏਗਾ ਜਦੋਂ ਤੁਸੀਂ ਪੂਰਾ ਦਿਨ ਪ੍ਰਾਰਥਨਾ ਕਰ ਪਾਓਗੇ। ਬੁਖਾਰ ਦਾ ਰੋਗ ਜਿਹੜਾ ਉਹ ਕਰੋਸਿਨ ਨਾਲ ਜਾ ਸਕਦਾ, ਨਾਰਮਲ ਬੁਖਾਰ, पर जिहड़ा बुखार तुहानूं टीबी दे नाल होवे वो क्रोसिन नाल किद्दां जाएगा? वो टीबी की दवाई खाण दे नाल जाएगा। डिस्प्रिन की गोली खा के नॉर्मल सिर दर्द ठीक हो सकता है, पर माइग्रेन किद्दां ठीक होएगा? क्योंकि माइग्रेन लई हैवी डोज चाहिए, टीबी लई हैवी डोज चाहिए। आम कमजोरी दवाई खा के, खाना खा के ठीक हो सकती, बादाम खा के ठीक हो सकती, पर जिहड़ी कमजोरी तुहानूं कैंसर दे नाल होवे वो किद्दां हो सकती? वो तो इलाज दे नाल होएगी, कैंसर दूर करके होएगी। जिहड़ी प्रॉब्लम तुहानूं इन्नी वड्डी है वो तुहाडी 15 मिनट की प्रेयर नाल किद्दां हल होएगी? तुहाडी 15 मिनट की प्रेयर ते कदी ना रोज़ा रखना तुहाडे हसबैंड नूं किद्दां बदलेगा, तुहाडे बच्चों नूं किद्दां बदलेगा? तुसीं फैसला करना है अज। परमेश्वर ने यहोशू नूं कहा सीगा, ओ देख देश मैं तैनूं दिन्ना हां, पर जा ते लड़। बिना लड़ाई कोई शांति नहीं। पर तुहाडी लड़ाई किहदे नाल है? सिखां नाल, हिंदुआं नाल, क्रिश्चियन लोगां नाल, कैथलिक लोगां नाल? नो, तुहाडी लड़ाई शैतान दे नाल और अपने पापां दे नाल है। इसलिए एस्तर जाके हमान दे नाल नहीं लड़ी। तू ऐदा क्यों कहा राजे नूं, तू ऐदा दी आग्या क्यों कड्डी, या उन्होंने हमान दे खिलाफ कोई तलवार नहीं चक्की, या हमान नूं मरवाण दी कोशिश नहीं की। उन्हां दी लड़ाई जिहड़ी सीगी वो शैतान दे नाल सी। शैतान हमान दे विचों तंग करन दी कोशिश और खत्म करन दी कोशिश कर रहा सी। अज परमेश्वर अपने दासां नूं इस्तेमाल करदा चंगियाई देण दे लई, भविखवाणी दे लई, बरकत देण दे लई, ते शैतान भी अपने दासां नूं इस्तेमाल करदा परमेश्वर दे लोकां नूं तंग करन दे लई और खत्म करन दे लई। पर अगर परमेश्वर दे लोग बुद्धिमान ने, शैतान कदी भी अपने लोकां दे विचों उन्हां नूं खत्म नहीं कर पांदा। शैतान जदों भी अपने लोगों को यूज़ करता उन्होंने लोगों के खिलाफ जिहड़े परमेश्वर दे विच ने। अगर परमेश्वर के लोग बुद्धिमान ने, अपनी लड़ाई नूं समझते हैं कि साडी लड़ाई किसी हिंदू, सिख, कैथलिक या पेंटीकोस्टल भैन भरा दे नाल नहीं है। साडी लड़ाई जिहड़ी अपने पापां दे नाल और शैतान दी शक्तियां दे नाल है, जिन्हां दा हैड ऑफिस आसमान दे उत्ते। अगर एस्तर कहती कि मैं हमान नूं मरवा देना, और मुरदके भी गुस्सा करता और चोरी छिपे उन्होंने मरवाण की कोशिश करता, शायद वो मरवा देंदे हमान नूं, पर उन्होंने पूरी यहूदी कौम नूं नाश होने तो कोई नहीं बचा सकता सी। क्योंकि जिद्दां ही उन्होंने परमेश्वर के वचन के खिलाफ होकर काम करना सीगा, परमेश्वर के हाथ ने चल जाना सी उन्हां दी जिंदगी दे उत्तों। अज देखते हैं कि क्रिश्चियन बंदे नूं किसी ने धोखा दे दिता, हुण वो भी उन्होंने धोखा देने की कोशिश कर रहा है, वो भी चोरी करने की कोशिश कर रहा है। उस वेले परमेश्वर का हाथ उठ जाता तुहाडी जिंदगी दे विचों। फिर तुसीं हो ते ओ अपने बलबूते ते कर रहे हो, परमेश्वर तुहाडे नाल नहीं है। पर एस्तर ने कहा कि जाओ तो परमेश्वर अगे प्रार्थना करो, तो उपवास रखो, तो रोजे रखो, मैं भी रखांगी, तुसीं भी रखो, तो तुसीं मेरे लिए रखो, मैं परमेश्वर अगे जावांगी और प्रेयर करांगे, मैं राजे नूं मनावांगी कि मेरा खाना खाण लई आवे, फिर मैं राजे नूं हौली हौली सारियां गल्लां दस्सांगी और मैं परमेश्वर दे अनुग्रह ग्रेस दे नाल चलांगी। और मनाया उन्हें राजे नूं कि राजा मेरी जाति यहूदी है, और हमान ने इस करके लोगों को नाश करने लिए कहा कि मैं नाश हो जावां, और राजा उहदे नाल प्यार करता सी। राजे ने हमान नूं मरवा दिता और सारी कौम बचाई गई। लिखा जिहड़ा गड्ढा तेरे लिए खोदया जाऊगा वो खोदन वाला गिरूगा, तू बच जाएगा। पर कदों? जो तेरे ते परमेश्वर का हथ होऊगा। पर जो दूसरे नूं तू गड्ढा खोददे देख के तू भी उहदे लई गड्ढा खोदना शुरू कर देवें, तू भी गिरेगा तो वह भी गिरेगा। क्योंकि जो तू लड़दा अपनी लड़ाई, परमेश्वर अपना हाथ पिछे कर लेंदा और यह सोचता कि यह अपनी लड़ाई खुद लड़ सकता, तेनू लड़ लैन दो। हालेलुया। एक छोटा बच्चा जिन्हों कोई आके कुछ कह दे, अगर वो जवाब देन जाऊगा, किन्ना का जवाब दे जूगा 3-4 साल का बच्चा। पर जो उसका डैडी जवाब देन जाएगा, तो पता वो किदा का जवाब देगा, और स्ट्रोंग जवाब देगा। वो पूछेगा तुसीं इदा क्यों किया। और उस तरह परमेश्वर है। एस्तर ने लड़ाई नहीं लड़ी, वो घबराई नहीं, पिट्टी नहीं, रोई नहीं, हाय मर गए, लुट गए, बर्बाद हो गए। या उन्हें
ਕੋਈ ਅਨਬਿਬਲੀਕਲ ਜਾਂ ਨਾਨ ਬਿਬਲੀਕਲ ਜਾਂ ਇੱਦਾਂ ਦੀ ਗੱਲ ਕੋਈ ਨਹੀਂ ਕੀਤੀ ਜਿਹੜੀ ਬਾਈਬਲ ਦੇ ਖਿਲਾਫ ਹੋਵੇ। ਜਿਤਨਾ ਹਰ ਬੰਦਾ, ਹਰ ਕ੍ਰਿਸਚਨ ਚਾਹੁੰਦਾ ਉਹਦਾ ਵੀਜ਼ਾ ਲੱਗ ਜਾਏ, ਉਹਦਾ ਬਿਜ਼ਨਸ ਬਲੈਸ ਹੋ ਜਾਏ, ਹਾਏ ਉਹ ਐਂ ਹੋ ਜਾਏ, ਉਹਦੇ ਘਰ ਵਧੀਆ ਰਿਸ਼ਤੇ ਆ ਜਾਣ, ਕਿੱਦਾਂ ਹੋਊਗਾ? ਕਿੰਨੀ ਪ੍ਰੇਅਰ ਹੈ ਤੁਹਾਡੀ? ਪੁੱਛੋ ਆਪਣੇ ਆਪ ਨੂੰ। ਰੱਖੋ ਕੇਸ ਆਪਣਾ ਕੇਸ ਰੱਖੋ ਆਪਣੇ ਸਾਹਮਣੇ, ਪ੍ਰੋਬਲਮ ਰੱਖੋ ਆਪਣੀ ਸਾਹਮਣੇ, ਤੇ ਸੋਚੋ ਕਿੰਨੀ ਪ੍ਰੇਅਰ ਹੈ। ਸ਼ਰਮ ਆਏਗੀ कि प्रेयर मेरी 15 मिनट है और मैं चाहना कि क्रोसिन की गोली ना कैंसर ठीक हो जाए, टीबी ठीक हो जाए। कितना पॉसीबल है? बीमारी के हिसाब नाल दवाई दी जाती और इलाज किया जाता है। तुम शैतान तो जितना चाहते हो महीने च एक रोज़ा रख के किद्दां जित सकते हैं आप? सोचो, अपने केस नूं रखो अपने सामने, सोचो कितनी प्रेयर है तुहाडी, किन्ने फास्ट रखते हो, किन्ने उपवास रखते हो, फिर की एक्सपैक्ट करते हो परमेश्वर का वचन किद्दां पूरा होगा? कहंदा मंगो तां दिता जाएगा। मंगांगे किद्दां असीं जे प्रेयर नहीं करांगे, जे असीं फास्टिंग नहीं करांगे, उपवास नहीं करांगे, रोजे नहीं रखांगे? और ये भुल जाओ एमरजेंसी क्रिश्चन कामयाब होणगे। किडनियां खराब हो गई, रोजे रख ले, हुण प्रभु ठीक कर दे। हार्ट प्रॉब्लम आ गई कि रोजे रख ले। एस्तर हुणे तो रोजे नहीं सी रखे, उन्हें ये रोजे रखना जानती सी। ये पहला रैगूलर रोजे रखती आ रही सी, इन्हें एमरजेंसी रोजे नहीं सी रखे। जिस बंदे नूं बार बार पैंचर होने ते स्टपनी लाने की आदत पई होवे, एक दिन स्टपनी भी वो पैंचर निकलती, पर जो बंदा पूरा ध्यान रखे अपने चीज़ों का, वो स्टपनी भी एक दिन यूज़ करे तो कोई प्रॉब्लम नहीं होंगी। जो तुसी खुद लड़ोगे, परमेश्वर का हाथ पिछे हो जाना और तुसी अगे रह जाना सिर्फ परमेश्वर तो बिना। और फिर शैतान ने काम करना, फिर तुसी सोचना कि मैं की करा, हुण मैं की करा, मैं फस गया, मैं मर गया, मैं लुट गया, मैं करजाई हो गया, मैं बर्बाद हो गया। कितनी प्रेयर करते हो तुसी? बॉर्न क्रिश्चन लोग, मसीही लोग जो बचपन तो मसीह ने, मोस्टली लोग प्रेयर नहीं करते अपनी लाइफ के विच। और सब तो वध परमेश्वर उन्होंने इस्तेमाल करता जे वो सुधर जानते। समझ आ रही सारिਆਂ ਨੂੰ? अगर बॉर्न क्रिश्चन जने जन्म तो बने मसीह कहते, अगर वो सुधर जान, वो ज़्यादा इस्तेमाल होंगे हैं। पर प्रेयर लाइफ जीरो, शराब पीनी, चोरी करनी, गालां कढ़नियां, नशे करने, लड़ना अपने हत्थां दे नाल, किद्दां कामयाब होवांगे? परमेश्वर ने कहा मैं शर्मिंदगी भेजांगा अपनी कौम दे उत्ते जे मेरी कौम मेरे वचनां नूं तोड़ेगी। बाइबल लिखा तेरी लड़ाई जड़ी मांस ते लहू दे नाल नहीं है, तेरी लड़ाई जड़ी अंधकार दीयां शक्तियां दे नाल है। अज एक सेवक दूसरे ने कहता, तू मेरी रूह रह गया, और तू मेरी चर्च पढ़ती, और तू मेरी। एक कोई भी बंदा चर्च नहीं किसी दी लै सकदा। अगर तुहानूं परमेश्वर दे उत्ते भरोसा है, तुसीं बाइबल दे उत्ते वचन की गहराई ना चलन वाले लोग हो, तुसीं खिलाफत करने वाले लोग नहीं हो, तुसीं दूसरे की उन्नति ना जलन वाले लोग नहीं हो, तुसीं दूजे नूं शैतान कहने वाले लोग नहीं हो। तुसीं ये सोचो कि तुहानूं परमेश्वर ने काहदे लई बुलाया। तुसीं बाइबल नूं पढ़ो, तुसीं गहराई च जाओ, तुसीं मसा मंगो रब दे कोलों, पवित्रताई दे विच चलो, लालच तो बिना चलो। देखो परमेश्वर काम करदा है कि नहीं करदा, देखो तुसीं बिजी हुंदे हो कि नहीं हुंदे। जदों असीं इस चर्च दे विच आए सीगे, 7.25 एकड़ जगह, 5 एकड़ दा कल्ला हॉल है। अज वो हॉल भर चुका। असीं नाल दीयां जगहां लैण दी कोशिश कर रहे हैं। क्यों? क्योंकि परमेश्वर तुहानूं ओवरफ्लो दिंदा। जो तुसीं सही लड़दे हो, जो तुसीं गलत लड़दे हो, परमेश्वर तुहाडी आशीष नूं घटा दिंदा और खत्म कर दिंदा। अज सोचो तुसीं फिर तो कि कितनी प्रेयर है तुहाडी, कि तुसीं डैनियल वांगू 3 वार जांदे हो, दाऊद वांगू 7 वार स्तुति करदे हो। कितना टाइम प्रेयर करदे हो तुसीं बैठ के? कितना टाइम परमेश्वर नूं दिंदे हो? किन्ने हफ्ते च रोज़े तुहाडे? किन्नी वारी हफ्ते च रोज़ा रखदे हो? संडे तुसीं परौंठियां खा के चर्च जांदे हो, की करेगा परमेश्वर दा आत्मा तुहाडे नाल? संडे तुसीं रोटियां खा के चर्च जाते हो, वड्डे वड्डे पूड़ियां खा के तुसीं चर्च जाते हो, किद्दां परमेश्वर का आत्मा तुहानूं छूएगा और किद्दां वो काम करेगा? रोज़ियां दे विच जाओ चर्च दे विच, क्योंकि प्रभु का आत्मा तुहानूं छू सके, तुसीं सुन सको। अपनी आत्मा नूं ट्रेंड करो कि परमेश्वर की गल नूं सुन सकन। किद्दां परमेश्वर का आत्मा तुहाडे नाल गल करेगा, किद्दां तुहानूं आज़ाद करेगा, किद्दां तुसीं लड़ोगे, किद्दां तुसीं जितोगे। तुसीं शारीरिक लड़ाइयां लड़ते आ रहे हो, इसलिए तुसीं जित नहीं पा रहे हो। मैं जब तक हेरा फेरी ना करा जी मेरा घर नहीं चलता, इसलिए तुसीं थोड़े च सारी उम्र गवा दी। थोड़े दे विच अगर तुसीं 3 टाइम की रोटी 2 टाइम कर दो, हेरा फेरी बंद कर दो, रिश्वत बंद कर दो, देखो 6 महीने बाद की हुंदा, 2 साल बाद, 3 साल बाद देखो रिजल्ट की आंदा। और रिजल्ट जिहड़ा आऊगा सारी उम्र तुहाडी ब्लैस रहूगी, तुहाडे बच्चे ब्लैस रहणगे। परमेश्वर कदी नहीं भुलदा, याद रखो। कई बार लोग साडे नाल जदों लोग तुहाडी दुश्मनी करदे, लोग तुहाडे खिलाफ बोलदे, कई बार तुसीं सोचदे हो प्रभु तू इहनूं कुछ कहा क्यों नहीं? पर परमेश्वर भी इंतजार कर रहा होंदा, तुसीं भी भुल जाओ उस चीज़ नूं, वो भी भुल जाए, तो फिर परमेश्वर का बदला ले। कई बार एक व्यक्ति चोरी करता और असीं देखदे उहनूं कुछ नहीं होया,
ਲੇਕਿਨ ਜਦੋਂ ਟਾਈਮ ਆਉਂਦਾ ਤੁਸੀਂ ਭੁੱਲ ਜਾਂਦੇ ਹੋ, ਉਹ ਵੀ ਭੁੱਲ ਜਾਂਦਾ, ਪਰਮੇਸ਼ਰ ਉਸ ਚੋਰੀ ਦਾ ਬਦਲਾ ਉਹਨੂੰ ਦੇਣਾ ਸ਼ੁਰੂ ਕਰਦਾ। ਜਦ ਤੱਕ ਉਹ ਪੈਸੇ ਵਾਪਸ ਨਹੀਂ ਕਰ ਦਿੰਦਾ, ਜਦ ਤੱਕ ਉਹ ਪਰਮੇਸ਼ਰ ਅੱਗੇ ਰਿਪੈਂਟ ਨਹੀਂ ਕਰਦਾ, ਜਦ ਤੱਕ ਉਹ ਪਰਮੇਸ਼ਰ ਦੇ ਅੱਗੇ ਵਾਪਸ ਨਹੀਂ ਆਉਂਦਾ ਸਹੀ ਤਰੀਕੇ ਦੇ ਨਾਲ। ਹਾਲੇਲੂਇਆ। ਅਸੀਂ ਦੇਖਦੇ ਹਾਂ ਪਰਮੇਸ਼ਰ ਬਦਲਾ ਲੈਣ ਵਾਲਾ ਔਰ ਅਜ਼ਰ ਦੇਣ ਵਾਲਾ ਔਰ ਬਲੈਸ ਕਰਨ ਵਾਲਾ ਵੀ ਪਰਮੇਸ਼ਰ ਹੈ। ਐਸਰ ਲੜੀ, ਰੋਜੇ ਰੱਖੇ ਉਹਨੇ 3 ਦਿਨ ਰਾਤ, ਕਹਿੰਦੀ ਜਾਓ ਤੇ ਰੋਜੇ ਰੱਖੋ 3 ਦਿਨ ਰਾਤ। 3 ਦਿਨ ਰਾਤ ਮੈਂ ਰੋਜੇ ਰੱਖਾਂਗੀ, 3 ਦਿਨ ਰਾਤ ਤੁਸੀਂ ਰੋਜੇ ਰੱਖੋ ਔਰ ਅਸੀਂ ਪ੍ਰੇਅਰ ਕਰਾਂਗੇ ਪਰਮੇਸ਼ਰ ਦੇ ਅੱਗੇ। ਅਸੀਂ ਹਮਾਨ ਨਾਲ ਲੜਨਾ ਨਹੀਂ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿਣਾ, ਪਰ ਅਸੀਂ ਪਰਮੇਸ਼ਵਰ ਨੂੰ ਕਵਾਂਗੇ। ਪ੍ਰਭੂ ਨੇ ਬੁੱਧੀ ਦਿੱਤੀ, ਬੁੱਧੀ ਦੇ ਨਾਲ ਤੀਜੇ ਦਿਨ ਰਾਜੇ ਦੇ ਕੋਲ ਗਈ, ਜਦੋਂ ਪਰਮੇਸ਼ਵਰ ਦੀ ਆਤਮਾ ਨੇ ਉਹਨੂੰ ਗਾਈਡ ਕੀਤਾ ਕਿ ਜਾ। ਕਈ ਵਾਰ ਤੁਸੀਂ ਆਪਣੇ ਬਿਜ਼ਨਸ 'ਚ 10 ਸਾਲ ਆਪਣੀ ਗੱਦੀ ਤੇ ਬੈਠੇ ਰਹੋ, ਫਲਵੰਤ ਨਹੀਂ ਹੁੰਦਾ, ਲੇਕਿਨ ਜਦੋਂ ਰੋਜ਼ੇ ਰੱਖ ਕੇ ਪ੍ਰੇਅਰ ਕਰਦੇ, ਇੱਕ ਦਿਨ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਗਾਈਡ ਕਰਦਾ, ਉਹ ਐਦਾਂ ਦਾ ਆਈਡੀਆ ਤੁਹਾਨੂੰ ਦਿੰਦਾ, ਤੁਹਾਡੀ ਪੂਰੀ ਲਾਈਫ ਜਿਹੜੀ ਹੈ ਚੇਂਜ ਹੋ ਜਾਂਦੀ। ਉਸ ਤੋਂ ਬਾਅਦ ਉਪਵਾਸ ਕਿੱਦਾਂ ਰੱਖਦੇ ਹਾਂ ਆਪਾਂ? ਅਲੱਗ-ਅਲੱਗ ਤਰ੍ਹਾਂ ਦੇ ਉਪਵਾਸ ਹੈ। ਕੋਈ ਸਵੇਰ ਤੋਂ ਜਦੋਂ ਉੱਠਦਾ ਹੈ ਉਦੋਂ ਉਪਵਾਸ ਸ਼ੁਰੂ ਹੋ ਜਾਂਦਾ ਸਾਡਾ। ਅਸੀਂ ਸਵੇਰੇ ਉੱਠਦੇ ਹਾਂ, ਉਪਵਾਸ ਸ਼ੁਰੂ ਹੈ। 8 ਵਜੇ ਉੱਠੇ, 6 ਵਜੇ ਉੱਠੇ, 9 ਵਜੇ ਉੱਠੇ, ਉਪਵਾਸ ਸ਼ੁਰੂ ਹੈ। 5 ਵਜੇ ਤੱਕ ਕੁਛ ਨਹੀਂ ਖਾਣਾ, ਅਗਰ ਕੁਛ ਨਹੀਂ ਪੀਣਾ ਉਹ ਵੀ ਬਹੁਤ ਵਧੀਆ। ਅਗਰ ਇੱਕ ਟਾਈਮ ਦੀ ਪਾਣੀ ਪੀਣਾ ਚਾਹੁੰਦੇ ਹੋ, ਇੱਕ ਟਾਈਮ ਚਾਹ ਪੀਣਾ ਚਾਹੁੰਦੇ ਹੋ, ਕੋਈ ਪ੍ਰੋਬਲਮ ਨਹੀਂ, ਪਰ ਅਗਰ ਖਾਣਾ ਕੁਛ ਨਹੀਂ, ਕੋਈ ਫਰੂਟ ਨਹੀਂ, ਕੁਛ ਨਹੀਂ ਖਾਣਾ, ਇਹ ਨਹੀਂ ਕਹਿ ਕੇ ਉਪਵਾਸ ਤੇ ਦੁਨੀਆ ਭਰ ਦਾ ਫਰੂਟ ਖਾ ਲਿਆ। ਨੋ, ਉਪਵਾਸ ਮਤਲਬ ਆਪਣੀ ਬਾਡੀ ਨੂੰ ਟ੍ਰੇਨਡ ਕਰਨਾ, ਆਪਣੀ ਬਾਡੀ ਨੂੰ ਦੱਸਣਾ ਕਿ ਅੱਜ ਅਸੀਂ ਪਰਮੇਸ਼ਵਰ ਦੀ ਗੱਲ ਨੂੰ ਸੁਣਨਾ, ਅੱਜ ਤੂੰ ਖਾਣੇ ਤੋਂ ਦੂਰ ਆ, ਅੱਜ ਮੈਂ ਤੈਨੂੰ ਟ੍ਰੇਨਡ ਕਰਨਾ ਕਿ ਹਰ ਟਾਈਮ ਤੈਨੂੰ ਖਾਣਾ ਨਹੀਂ ਦੇਣਾ। ਕੁਛ ਲੋਕ ਉਪਵਾਸ ਕਰਦੇ ਦਿਨ ਰਾਤ ਦਾ, दिन 'ਚ ਇੱਕ ਵਾਰੀ ਚਾਹ ਜਾਂ ਇੱਕ ਵਾਰੀ ਜੂਸ ਲੈਣਾ ਔਰ ਸਾਰਾ ਦਿਨ ਕੁਛ ਨਾ ਪੀਣਾ, ਸਾਰਾ ਦਿਨ ਕੁਛ ਨਾ ਖਾਣਾ। ਸਖਤ ਉਪਵਾਸ ਵੀ ਹੈ, 3 ਦਿਨ ਰਾਤ ਕੁਛ ਨਾ ਖਾਣਾ, ਕੁਛ ਨਾ ਪੀਣਾ, ਜਿਸ ਤਰ੍ਹਾਂ ਹੋਲੀ ਸਪਿਰਿਟ ਸਾਡੀ ਅਗਵਾਈ ਕਰੇ। ਜਦੋਂ ਫਾਸਟਿੰਗ ਕਰਦੇ ਹਾਂ, ਉਪਵਾਸ ਕਰਦੇ ਹਾਂ, ਪ੍ਰੇਅਰ ਕਰਦੇ ਹਾਂ ਆਪਾਂ, ਅਸੀਂ ਦੇਖਦੇ ਹਾਂ ਪਰਮੇਸ਼ਵਰ ਤੁਹਾਨੂੰ ਫਿਰ ਤੁਹਾਡੀ ਜ਼ਿੰਦਗੀ 'ਚ ਕੰਮ ਕਰ ਰਿਹਾ। ਫਾਸਟਿੰਗ ਪ੍ਰੇਅਰ, ਫਾਸਟਿੰਗ ਪ੍ਰੇਅਰ, ਫਾਸਟਿੰਗ। ਔਰ ਇੱਕ ਚੀਜ਼ ਨਹੀਂ ਕਿ ਮੈਨੂੰ ਵੀਜ਼ਾ ਮਿਲ ਜਾਏ, ਮੈਂ ਪ੍ਰੇਅਰ का ਫਾਸਟਿੰਗ ਕਰਾਂਗਾ ਲੇਕਿਨ 10 ਦਿਨ ਬਾਅਦ ਕੋਈ ਰਿਜ਼ਲਟ ਨਹੀਂ ਆ, ਹੁਣ ਮੈਂ ਕਦੀ ਫਾਸਟ ਨਹੀਂ ਕਰਨੇ। ਉਹ ਟੂਣਾ ਨਹੀਂ ਕਰਨਾ। ਤੁਸੀਂ ਲਾਲਚ ਵਾਲੇ ਫਾਸਟ ਨਹੀਂ ਰੱਖਣੇ। ਪ੍ਰਭੂ ਦੇ ਕਰੀਬ ਜਾਣ ਦੇ ਲਈ ਫਾਸਟ ਰੱਖੋ, ਪ੍ਰਭੂ ਦੀ ਮਹਿਮਾ ਨੂੰ ਸਮਝਣ ਲਈ, ਉਹਦੀ ਮਰਜ਼ੀ ਨੂੰ ਸਮਝਣ ਲਈ ਫਾਸਟ ਰੱਖੋ। ਫਿਰ ਜੋ ਤੁਹਾਨੂੰ ਲੋੜ ਪਏਗੀ ਕਿਸੇ ਦਿਨ ਤੁਸੀਂ ਫਾਸਟ ਕਰੋਗੇ, ਪ੍ਰਭੂ ਤੁਹਾਡੀ ਗੱਲ ਨੂੰ ਸੁਣੇਗਾ। ਮੈਂ ਤੁਹਾਨੂੰ ਤਰੀਕਾ ਨਹੀਂ ਦੱਸ ਰਿਹਾ ਟੂਣੇ ਕਰਨ ਦਾ ਕਿ ਵੀਜ਼ਾ ਚਾਹੀਦਾ ਫਾਸਟ ਕਰ ਲਓ। ਨੋ, ਇਹ ਕੋਈ ਟੂਣਾ ਨਹੀਂ ਹੈ। ਮਤਲਬ ਕਿ ਪਰਮੇਸ਼ਵਰ ਨੂੰ ਸੁਣਨਾ ਚਾਹੁੰਦੇ ਹੋ, ਉਹਨੂੰ ਮਿਲਣਾ ਚਾਹੁੰਦੇ ਹੋ, ਆਪਣੀ ਜ਼ਿੰਦਗੀ ਬਾਈਬਲ ਦੇ ਮੁਤਾਬਿਕ ਚਲਾਉਣਾ ਚਾਹੁੰਦੇ ਹੋ, ਫਿਰ ਇੱਕ ਦਿਨ ਉਹ ਟਰਬਲ ਦਾ ਦਿਨ ਤੁਹਾਨੂੰ ਲੋੜ ਪਏਗੀ, ਪ੍ਰਭੂ ਤੁਹਾਡੀ ਸੁਣੇਗਾ, ਤੁਹਾਡਾ ਬਾਲ ਵੀ ਬਾਂਕਾ ਨਹੀਂ ਹੋਏਗਾ, ਤੁਹਾਡੀ ਸਕਿਨ ਤੇ ਨਿਸ਼ਾਨ ਤੱਕ ਨਹੀਂ ਪਏਗਾ, ਪਰਮੇਸ਼ਵਰ ਤੁਹਾਨੂੰ ਬਾਹਰ ਕੱਢੇਗਾ। ਤੁਸੀਂ ਸਕਰੀਨ ਦੇ ਉੱਤੇ ਨੰਬਰ ਜਿਹੜੇ ਨੰਬਰ ਉੱਤੇ ਫੋਨ ਕਰਕੇ ਤੁਸੀਂ ਮੈਨੂੰ ਦੱਸਣਾ ਕਿ ਅਸੀਂ ਫਾਸਟਿੰਗ ਨਹੀਂ ਸੀ ਕਰਦੇ, ਅਸੀਂ ਫਾਸਟਿੰਗ ਸ਼ੁਰੂ ਕੀਤੀ, ਅਸੀਂ ਰੋਜ਼ੇ ਸ਼ੁਰੂ ਕਰਤੇ, ਉਪਵਾਸ ਸ਼ੁਰੂ ਕਰਤੇ, ਜੋ ਵੀ ਇਹਨੂੰ ਨਾਮ ਦੇ ਦਿਓ। ਕੋਈ ਰੋਜ਼ੇ ਕਹਿੰਦਾ, ਕੋਈ ਉਪਵਾਸ ਕਹਿੰਦਾ, ਕੋਈ ਫਾਸਟਿੰਗ ਕਹਿੰਦਾ। ਔਰ ਕਰੋ ਪ੍ਰੇਅਰ, ਹੋਵੋ ਪਰਮੇਸ਼ਵਰ ਦੇ ਨੇੜੇ, ਛੱਡੋ ਪਾਪ, ਆਜੋ ਪਰਮੇਸ਼ਵਰ ਦੇ ਨੇੜੇ। ਤੁਹਾਡੀ ਜ਼ਿੰਦਗੀ ਸਵਰਗ ਹੋਏਗੀ ਧਰਤੀ ਦੇ ਉੱਤੇ। ਲੋਕ ਤੁਹਾਨੂੰ ਦੇਖਣ ਲਈ ਆਣਗੇ, ਲੋਕ ਤੁਹਾਨੂੰ ਸੁਣਨ ਲਈ ਆਣਗੇ। ਪਰਮੇਸ਼ਵਰ ਦਾ ਆਤਮਾ ਤੁਹਾਨੂੰ ਆਜ਼ਾਦ ਕਰੇਗਾ ਔਰ ਬਲੈਸ ਕਰੇਗਾ। ਪਰਮੇਸ਼ਵਰ ਦੇ ਦਾਸਾਂ ਲਈ ਰੋਜ਼ੇ ਰੱਖਣੇ ਨਾ ਭੁੱਲੋ, ਪ੍ਰੇਅਰ ਕਰਨਾ ਨਾ ਭੁੱਲੋ। ਚਰਚ ਲਈ ਰੋਜ਼ੇ ਰੱਖਣਾ ਨਾ ਭੁੱਲੋ, ਪ੍ਰੇਅਰ ਕਰਨਾ ਨਾ ਭੁੱਲੋ। ਬਾਈਬਲ 'ਚ ਲਿਖਿਆ, ਉਹਨਾਂ ਨੇ ਇਹ ਨਹੀਂ ਕਿਹਾ ਕਿ ਆਪਣੇ ਲਈ ਫਾਸਟ ਰੱਖੋ, ਕਹਿੰਦੇ ਮੇਰੇ ਲਈ ਫਾਸਟ ਰੱਖੋ, ਕਿਉਂਕਿ ਮੈਂ ਮੇਨ ਆ, ਮੈਂ ਹੁਣ ਰਾਜੇ ਸਾਹਮਣੇ ਜਾਣਾ। तो जो पास्टर लिए अपने फास्ट रखते हो, परमेश्वर तुहानू ब्लैस करदा। अपने अगुए लिए रखते हो, प्रभु तुहानू ब्लैस करदा, तुहानू आज़ाद करदा। आमीन। और रोज़े इसलिए नहीं रखने कि फलानी कुड़ी नाल, मनपसंद कुड़ी नाल मेरा विआह हो जाए, मैं 40 रोज़े रखांगा। और रोज़े तुहानू कमज़ोर करनगे और काला कर देंगे। जिहड़े रोज़े प्रभु लिए रखोगे, तुसीं प्रभु की महिमा लिए रखोगे, वो रोज़े कामयाब होणगे और फल भी तुहानू आएगा। आमीन। फिर जो परमेश्वर की पवित्रता लिए रोज़े रखोगे, फिर एक दिन जो अपने लिए भी रोज़ा रखोगे, वो भी कबूल किया जाएगा। सारे जय मसीह दी।